ਦੇਖੋ ਜੀ, ਐਮਏ ਪ੍ਰੀਵੀਅਸ ਵਾਲੇ ਬੱਚੇ ਵਿਦਿਆਰਥੀਓ, ਬੇਟਾ ਅਸੀਂ ਨਾ ਜਦੋਂ ਅਸੀਂ ਆਈਏ ਰਿਚਰਚ ਵਾਲਾ ਕੁਐਸਚਨ ਕਰ ਰਹੇ ਸੀਗੇ ਆਲੋਚਨਾ ਵਾਲਾ, ਉਸ ਵੇਲੇ ਜੋ ਹੈ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਲੋਚਨਾ ਕੀ ਹੁੰਦੀ ਹੈ। ਅਤੇ ਉਹੀ ਜਦੋਂ ਹੁਣ ਇਹ ਕੁਐਸਚਨ ਖ਼ਤਮ ਹੋ ਰਿਹਾ ਉਸ ਵੇਲੇ ਵੀ ਇਹੀ ਗੱਲ ਹੈ ਕਿ ਆਲੋਚਨਾ ਜੋ ਹੈ ਉਹ ਕੀ ਹੁੰਦੀ ਹੈ, ਕਿਉਂਕਿ ਇਹ ਜਿਹੜਾ ਕੁਐਸਚਨ ਹੈ ਆਈਏ ਰਿਚਰਚ ਦੇ ਸਾਹਿਤ ਸਿਧਾਂਤ ਨਾਲ ਸੰਬੰਧਿਤ ਹੈ ਅਤੇ ਨਾਲ ਹੀ ਆਈਏ ਰਿਚਰਚ ਦੀ ਆਲੋਚਨਾ ਸੰਬੰਧੀ ਉਹਦੀ ਵਿਚਾਰਧਾਰਾ ਨਾਲ ਸੰਬੰਧਿਤ ਹੈ। ਹਡਸਨ ਅਤੇ ਰਿਚਰਚ ਨੇ ਆਲੋਚਨਾ ਦੇ ਨਿਰਮਾਣਾਤਮਕ ਪੱਖ ਦੀ ਮਹੱਤਤਾ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਅਨੁਸਾਰ ਆਲੋਚਨਾ ਦਾ ਅਰਥ ਹੈ ਨਿਰਣਾ, ਕੋਈ ਨਿਰਣਾ ਦੇਣਾ। ਦਾ ਵਰਡ ਕ੍ਰਿਟਿਸਿਜ਼ਮ ਮੀਨਸ ਜਜਮੈਂਟ। ਪਰੰਤੂ ਨਿਰਣਾ ਕਰਨ ਤੋਂ ਪਹਿਲਾਂ ਸਾਹਿਤ ਦੀ ਵਿਆਖਿਆ ਕਰਨੀ ਵੀ ਜ਼ਰੂਰੀ ਹੈ। ਮਤਲਬ ਕਿ ਕੋਈ ਵੀ ਨਿਰਣਾ ਦੇਣ ਤੋਂ ਪਹਿਲਾਂ ਕਿਸੇ ਰਚਨਾ ਲਈ, ਕਿਸੇ ਨਾਵਲ ਲਈ, ਰਚਨਾਵਾਂ ਵਿੱਚ ਕੀ ਆ ਜਾਂਦਾ, ਨਾਵਲ, ਨਾਟਕ, ਨਿੱਕੀ ਕਹਾਣੀ, ਰੇਖਾ ਚਿੱਤਰ, ਕਿੱਸਾ, ਵਾਰ, ਕੁਝ ਵੀ ਆ ਜਾਂਦਾ ਹੈ, ਉਹਦੇ ਬਾਰੇ ਨਿਰਣਾ ਕਰਨ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੈ ਕਿ ਉਹਦੀ ਵਿਆਖਿਆ ਵੀ ਕੀਤੀ ਜਾਏ। ਠੀਕ ਹੈ ਨਾ। ਇਸ ਲਈ ਆਲੋਚਕ ਇੱਕ ਜੱਜ ਨਹੀਂ ਸਗੋਂ ਵਿਆਖਿਆਕਾਰ ਹੁੰਦਾ ਹੈ। ਜੱਜ ਹੁੰਦਾ ਹੈ ਫੈਸਲਾ ਸੁਣਾਉਣ ਵਾਲਾ, ਮਤਲਬ ਕਿ ਉਹਦੇ ਬਾਰੇ ਅਸੀਂ ਫੈਸਲਾ ਨਹੀਂ ਸੁਣਾ ਦੇਣਾ ਕਿ ਕਿਹੋ ਜਿਹੀ ਰਚਨਾ ਹੈ, ਸਗੋਂ ਉਹਦੀ ਪਹਿਲਾਂ ਵਿਆਖਿਆ ਕਰਨੀ ਹੈ। ਰਚਨਾ ਦੀ ਆਤਮਾ ਦੀ ਵਿਆਖਿਆ ਕਰਨ ਲਈ ਮਨੋਵਿਗਿਆਨਿਕ ਢੰਗ ਗ੍ਰਹਿਣ ਕਰਨਾ ਪੈਂਦਾ ਹੈ। ਇਸ ਲਈ ਜੋ ਹੈ ਸਾਨੂੰ ਜੋ ਹੈ ਮਨੋਵਿਗਿਆਨਿਕ ਢੰਗ ਨਾਲ ਸਾਹਿਤ ਨੂੰ, ਸ਼ੁਰੂਆਤ ਵਿੱਚ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਆਈਏ ਰਿਚਰਚ ਜੋ ਹੈ ਸਾਹਿਤ ਨੂੰ ਮਨੋਵਿਗਿਆਨ ਨਾਲ ਜੋੜਦਾ ਹੈ। ਇਸ ਲਈ ਰਚਨਾ ਦੀ ਆਤਮਾ ਦੀ ਵਿਆਖਿਆ ਕਰਨ ਦੇ ਲਈ ਨਾ ਮਨੋਵਿਗਿਆਨਿਕ ਢੰਗ ਗ੍ਰਹਿਣ ਕਰਨਾ ਪੈਂਦਾ ਹੈ। ਜਿਵੇਂ ਬੇਟਾ ਜਦੋਂ ਅਸੀਂ ਦੂਜੇ ਦੇ ਮਨ ਦੀ ਗੱਲ ਨੂੰ, ਮਤਲਬ ਕਿ ਅਗਲਾ ਬੰਦਾ ਸਾਨੂੰ ਬੋਲ ਕੇ ਨਹੀਂ ਦੱਸ ਰਿਹਾ, ਅਸੀਂ ਦੂਜੇ ਦੇ ਮਨ ਦੀ ਗੱਲ ਨੂੰ ਸਮਝਣਾ ਹੈ, ਦੂਜੇ ਦੀ ਆਤਮਾ ਦੀ ਗੱਲ ਨੂੰ ਸੁਣਨਾ ਹੈ, ਤਾਂ ਸਾਨੂੰ ਮਨੋਵਿਗਿਆਨਿਕ ਢੰਗ ਆਉਣਾ ਬੜਾ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਵੀ ਰਚਨਾ ਦੀ ਆਤਮਾ ਨੂੰ ਸਮਝਣ ਦੇ ਲਈ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਹੋਣਾ ਸਾਡੇ ਕੋਲ ਬੜਾ ਜ਼ਰੂਰੀ ਹੈ, ਮਨੋਵਿਗਿਆਨਿਕ ਢੰਗ ਹੋਣਾ। ਇਸ ਲਈ ਆਲੋਚਨਾ ਵਿੱਚ ਇਹ ਪੱਖ ਵੀ ਉਤਨਾ ਹੀ ਮਹੱਤਵਪੂਰਨ ਹੋ ਜਾਂਦਾ ਹੈ ਜਿੰਨਾ ਨਿਰਣਾਤਮਕ ਪੱਖ। ਰਿਚਰਚ ਨੇ ਪ੍ਰਿੰਸੀਪਲਸ ਆਫ ਲਿਟਰੇਰੀ ਕ੍ਰਿਟਿਸਿਜ਼ਮ ਵਿੱਚ ਲਿਖਿਆ ਕਿ ਮਾਨਸਿਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਆਲੋਚਕ ਨੂੰ ਮਨੋਵਿਗਿਆਨਿਕ ਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ। ਕਿ ਕਿਸੇ ਵੀ ਦਿਮਾਗ ਨਾਲ ਸੰਬੰਧਿਤ ਘਟਨਾਵਾਂ ਦਾ, ਜਦੋਂ ਉਹ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਦਾ ਵਰਣਨ ਕਰਦਾ ਹੈ ਲੇਖਕ, ਅਤੇ ਉਹਦੇ ਲਈ ਜ਼ਰੂਰੀ ਹੈ ਕਿ ਉਹਦੇ ਕੋਲ ਮਨੋਵਿਗਿਆਨ ਜਿਹੜਾ ਦ੍ਰਿਸ਼ਟੀਕੋਣ ਹੈ, ਮਨੋਵਿਗਿਆਨ ਜਿਹੜਾ ਹੈ ਉਹਦਾ ਬੜਾ ਸਟਰੋਂਗ ਹੋਏ। ਮਨੋਵਿਗਿਆਨਿਕ ਪੱਖ ਵੀ ਕਿਸੇ ਦੇਸ਼ ਦੀਆਂ ਕੁਝ ਵਿਸ਼ੇਸ਼ ਪਰਿਸਥਿਤੀਆਂ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਇਹਨਾਂ ਕਿਸੇ ਵੀ ਪਰਿਸਥਿਤੀ ਉੱਤੇ ਨਿਰਭਰ ਹੁੰਦਾ ਹੈ ਅਤੇ ਇਹ ਮਨੁੱਖ ਦੇ ਮਾਨਸਿਕ ਵਿਕਾਸ ਵਿੱਚ ਕਿਰਿਆਸ਼ੀਲ ਹੁੰਦੀਆਂ ਹਨ। ਮਤਲਬ ਕਿ ਸਾਡੇ ਦਿਮਾਗ ਦੇ ਅੰਦਰ ਸਮਾਜ ਵਿੱਚ ਚੱਲ ਰਹੀਆਂ ਗੱਲਾਂ ਵੀ ਹੁੰਦੀਆਂ ਨੇ, ਆਰਥਿਕਤਾ ਨਾਲ ਸੰਬੰਧਿਤ ਵੀ, ਰਾਜਨੀਤੀ ਨਾਲ ਸੰਬੰਧਿਤ ਵੀ ਅਤੇ ਧਾਰਮਿਕਤਾ ਨਾਲ ਸੰਬੰਧਿਤ ਗੱਲਾਂ ਵੀ ਸਾਡੇ ਦਿਮਾਗ ਵਿੱਚ ਕਿਰਿਆਸ਼ੀਲ ਰਹਿੰਦੀਆਂ ਨੇ। ਇਸ ਲਈ ਰਚਨਾ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਕਰਨਾ ਵੀ ਜ਼ਰੂਰੀ ਹੈ। ਇਸ ਲਈ ਜੋ ਹੈ ਰਚਨਾ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਕਰਨਾ ਵੀ ਜ਼ਰੂਰੀ ਨਹੀਂ, ਸਗੋਂ ਉਹਨਾਂ ਪਰਿਸਥਿਤੀਆਂ ਦਾ ਅਧਿਐਨ ਵੀ ਜ਼ਰੂਰੀ ਹੈ ਜਿਨ੍ਹਾਂ ਵਿੱਚ ਲੇਖਕ ਨੇ ਇਹ ਰਚਨਾ ਕੀਤੀ। ਮਤਲਬ ਕਿ ਲੇਖਕ ਨੇ ਜਿਸ ਵੀ ਰਚਨਾ ਦਾ ਆਲੋਚਕ ਆਲੋਚਨਾ ਕਰ ਰਿਹਾ ਨਾ, ਕਿ ਉਹ ਰਚਨਾ ਉਸਨੇ ਧਾਰਮਿਕਤਾ ਨਾਲ ਸੰਬੰਧਿਤ ਲਿਖੀ, ਸਮਾਜਿਕਤਾ ਨਾਲ ਸੰਬੰਧਿਤ ਲਿਖੀ, ਰਾਜਨੀਤੀ ਨਾਲ ਸੰਬੰਧਿਤ ਲਿਖੀ ਜਾਂ ਆਰਥਿਕਤਾ ਨਾਲ ਸੰਬੰਧਿਤ ਲਿਖੀ, ਕਿਹੜੀ ਪਰਿਸਥਿਤੀਆਂ ਵਿੱਚ ਉਸਨੇ ਜੋ ਹੈ ਇਹ ਰਚਨਾ ਲਿਖੀ। ਉਸ ਲਈ ਨਿਰਣਾ ਦੇਣ ਤੋਂ ਪਹਿਲਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਲੋਚਕ ਲੇਖਕ ਜਾਂ ਰਚਨਾ ਦੀ ਇਤਿਹਾਸਕ ਪਿੱਠ ਭੂਮੀ ਨੂੰ ਸਮਝੇ। ਜਿਵੇਂ ਇੱਥੇ ਬੇਟਾ ਮੈਂ ਤੁਹਾਨੂੰ ਇੱਕ ਗੱਲ ਨਾਲ ਇਹ ਗੱਲ ਸਮਝਾਉਣਾ ਚਾਹੂੰਗੀ ਕਿ ਇਤਿਹਾਸਕ ਪਿੱਠ ਭੂਮੀ ਕੀ ਹੁੰਦੀ ਹੈ। ਜਦੋਂ ਕੋਈ ਸਾਡੇ ਕੋਲੋਂ ਸਾਡੀ ਇੰਟਰੋਡਕਸ਼ਨ ਪੁੱਛਦਾ ਹੈ ਨਾ ਕਿ ਤੂੰ ਕੌਣ ਹੈ, ਮੰਨਿਆ ਕਿਸੇ ਨੇ ਮੈਨੂੰ ਪੁੱਛਿਆ ਮੈਂ ਕੌਣ ਹਾਂ, ਅਤੇ ਮੈਂ ਇਹ ਨਹੀਂ ਦੱਸੂੰਗੀ ਕਿ ਮੇਰੇ ਬੱਚੇ ਦਾ ਨਾਮ ਕੀ ਹੈ ਜਾਂ ਮੇਰੇ ਪੋਤੇ ਦਾ ਨਾਮ ਕੀ ਹੈ ਜਾਂ ਮੇਰੀ ਅਗਲੀ ਪੀੜ੍ਹੀ, ਆਉਣ ਵਾਲੀ ਪੀੜ੍ਹੀ 'ਚ, ਠੀਕ ਹੈ ਨਾ, ਕੀ ਨਾਮ ਹੋ ਸਕਦੇ ਨੇ। ਮੈਂ ਆਪਣੀ ਬੈਗ ਵਿੱਚ ਜਾਊਂਗੀ, ਠੀਕ ਹੈ, ਆਪਣੇ ਦਾਦੇ ਦਾ ਨਾਮ ਦੱਸੂੰਗੀ, ਆਪਣੇ ਪਾਪਾ ਦਾ ਨਾਮ ਦੱਸੂੰਗੀ, ਐਵੇਂ ਹੁੰਦਾ। ਇਹ ਹੁੰਦਾ ਇਤਿਹਾਸਕ ਪਿੱਠ ਭੂਮੀ। ਜਦੋਂ ਵੀ ਤੁਸੀਂ ਕਿਸੇ ਕੁਐਸਚਨ ਨੂੰ ਲਿਖਣਾ ਹੁੰਦਾ ਨਾ, ਕੋਈ ਵੀ ਜਦੋਂ ਤੁਹਾਨੂੰ ਕੁਐਸਚਨ ਆ ਜਾਂਦਾ ਹੈ, ਪਹਿਲਾਂ ਉਹਦੀ ਬੈਕ ਵਿੱਚ ਜਾਓ। ਜੋ ਵੀ ਸਮੱਸਿਆ ਤੁਹਾਡੇ ਕੋਲੋਂ ਪੁੱਛੀ ਜਾ ਰਹੀ ਹੈ ਨਾ, ਪਹਿਲਾਂ ਉਹਦੀ ਬੈਕ ਵਿੱਚ ਜਾਓ, ਫਿਰ ਉਹਨੂੰ ਅੱਗੇ ਤੋਰੋ। ਸਿੱਧਾ ਅੱਗੇ ਨਹੀਂ ਤੋਰੀਦਾ ਹੁੰਦਾ ਰਚਨਾ ਨੂੰ, ਕਿ ਜਿਵੇਂ ਅਸੀਂ ਆਪਣੀ ਇੰਟਰੋਡਕਸ਼ਨ ਵਿੱਚ ਸਿੱਧਾ ਅਗਲੀ ਗੱਲ ਨਹੀਂ ਕਰਦੇ ਕਿ ਹਾਂ ਜੀ ਕੌਣ ਹੈ, ਮੇਰਾ ਬੱਚਾ ਕੌਣ ਹੈ, ਜਾਂ ਮੇਰਾ ਪੋਤਾ ਕੌਣ ਹੋ ਸਕਦਾ ਹੈ, ਫਲਾਣਾ ਕੌਣ ਹੋ ਸਕਦਾ।
ਇਹ ਨਹੀਂ ਆਪਾਂ ਗੱਲਾਂ ਕਰਦੇ, ਅਸੀਂ ਆਪਣੇ ਖਾਨਦਾਨ ਦੀ ਪਿਛਲੀ ਇੰਟਰੋਡਕਸ਼ਨ ਦਿੰਦੇ ਹਾਂ। ਸਕੌਟ ਜੇਮਸ ਅਨੁਸਾਰ ਆਲੋਚਕ ਨੂੰ ਵੀ ਦੇਸ਼, ਕਾਲ, ਵਾਤਾਵਰਣ ਬਾਰੇ ਗਿਆਨ ਦੀ ਉਤਨੀ ਹੀ ਲੋੜ ਹੈ ਜਿਤਨੀ ਲੇਖਕ ਨੂੰ ਹੁੰਦੀ ਹੈ। ਹੁਣ ਜਿਹੜੀਆਂ ਗੱਲਾਂ ਨੂੰ ਲੈ ਕੇ ਲੇਖਕ ਰਚਨਾ ਕਰ ਰਿਹਾ ਹੈ ਨਾ, ਉਹ ਸਾਰੀਆਂ ਗੱਲਾਂ ਦੀ ਬਾਰੇ ਜਾਣਕਾਰੀ ਜੋ ਹੈ ਨਾ, ਜਾਣਕਾਰੀ ਨਹੀਂ ਗਿਆਨ ਕਵਾਂਗੇ ਆਪਾਂ, ਗਿਆਨ ਆਲੋਚਕ ਨੂੰ ਹੋਣਾ ਚਾਹੀਦਾ ਉਹਨਾਂ ਸਾਰੀਆਂ ਗੱਲਾਂ ਬਾਰੇ। ਇਹ ਨਹੀਂ ਹੈ ਹੁਣ ਜਿਵੇਂ ਮੰਨਿਆ ਕਿ ਮੈਨੂੰ ਪਤਾ ਹੈ ਨਹੀਂ ਨਾਵਲ ਦੇ ਤੱਤ ਕਿਹੜੇ ਕਿਹੜੇ ਹੁੰਦੇ ਨੇ ਅਤੇ ਮੈਂ ਨਾਵਲ ਦੀ ਆਲੋਚਨਾ ਕਰਨ ਬੈਠ ਜਾਵਾਂ। ਇੰਝ ਨਹੀਂ ਹੁੰਦਾ ਨਾ। ਨਾਵਲ ਦੀ ਆਲੋਚਨਾ ਕਰਨ ਦੇ ਲਈ ਮੈਨੂੰ ਨਾਵਲ ਦੇ ਤੱਤਾਂ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਅਤੇ ਆਲੋਚਕ ਨੂੰ ਆਲੋਚਨਾ ਕਰਨ ਲੱਗਿਆਂ ਲੇਖਕ ਦੇ ਭਾਵ ਪੱਧਰ ਤੱਕ ਪਹੁੰਚਣਾ ਵੀ ਜ਼ਰੂਰੀ ਹੈ। ਲੇਖਕ ਦੇ ਜਿਹੜੇ ਨੇ ਭਾਵ ਨੇ, ਕਿਹੋ ਜਿਹੇ ਭਾਵ ਨੇ, ਉਹਨਾਂ ਤੱਕ ਪਹੁੰਚਣਾ ਵੀ ਬੜਾ ਜ਼ਰੂਰੀ ਹੈ। ਉਸ ਭਾਵ ਪੱਧਰ ਤੱਕ ਪਹੁੰਚਣ ਲਈ ਆਲੋਚਕ ਨੂੰ ਉਹਨਾਂ ਸਾਰੀਆਂ ਪਰਿਸਥਿਤੀਆਂ ਬਾਰੇ ਵੀ ਵਿਚਾਰ ਕਰਨਾ ਪਵੇਗਾ ਜੋ ਲੇਖਕ ਦੇ ਰਚਨਾ ਕਾਲ ਸਮੇਂ ਮੌਜੂਦ ਸਨ। ਠੀਕ ਹੈ ਨਾ। ਲੇਖਕ ਨੇ ਕਿਹੋ ਜਿਹੇ ਸਮਾਜ ਵਿੱਚ, ਕਿਹੋ ਜਿਹੇ ਰਾਜਨੀਤਿਕ ਹਾਲਾਤਾਂ ਵਿੱਚ ਉਹ ਰਚਨਾ ਲਿਖੀ ਜਿਸ ਬਾਰੇ ਉਹਨੇ ਆਲੋਚਨਾ ਕਰਨੀ ਹੈ। ਕਿਸੇ ਆਲੋਚਕ ਨੇ ਇਹ ਸਾਰਾ ਕੁਝ ਜੋ ਹੈ ਆਲੋਚਕ ਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਨਾ। ਹੁਣ ਜੇਕਰ ਅਸੀਂ ਹੁਣ ਔਨਲਾਈਨ ਪੜ੍ਹਾ ਰਹੇ ਹਾਂ, ਹੁਣ ਕਿਹੜੀਆਂ ਗੱਲਾਂ ਰਹੀਆਂ ਕਿ ਅਸੀਂ ਔਨਲਾਈਨ ਪੜ੍ਹਾਉਣਾ ਸ਼ੁਰੂ ਕੀਤਾ, ਇਹ ਸਾਰਾ ਕੁਝ ਹੁੰਦਾ ਕਿ ਪਰਿਸਥਿਤੀਆਂ ਕਿਹੜੀਆਂ ਨੇ। ਹਰ ਰਚਨਾ ਨੂੰ ਇਸ ਯੁੱਗ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖ ਕੇ ਪਰਖਣਾ ਅਤੇ ਨਿਰਣਾ ਕਰਨਾ ਚਾਹੀਦਾ ਹੈ। ਫਿਰ ਕੋਈ ਵੀ ਰਚਨਾ ਹੁੰਦੀ ਹੈ ਜਿਵੇਂ ਚੰਡੀ ਦੀ ਵਾਰ ਹੈ, ਉਹ ਕਿਹੜੇ ਵੇਲੇ, ਕੋਈ ਵੀ ਰਚਨਾ ਜਿਵੇਂ ਚੰਡੀ ਦੀ ਵਾਰ ਹੈ, ਉਹ ਕਿਹੜੇ ਵੇਲੇ ਲਿਖੀ ਗਈ, ਉਸ ਵੇਲੇ ਦੀਆਂ ਪਰਿਸਥਿਤੀਆਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਕੋਈ ਅਜਿਹੀ ਰਚਨਾ ਲਿਖਣੀ ਪਈ ਜਿਹਦੇ ਨਾਲ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਸਿੱਖਾਂ ਵਿੱਚ ਵੀਰ ਰਸ ਪੈਦਾ ਹੋਵੇ, ਉਹਨਾਂ ਵਿੱਚ ਆਪਣਾ ਨਿਰਣਾ ਲੈਣ ਦੀ ਸ਼ਕਤੀ ਆਵੇ। ਕਿਉਂ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਨੂੰ। ਠੀਕ ਹੈ। ਇਹ ਹੁੰਦਾ ਕਿ ਉਹ ਹੁੰਦਾ ਉਸ ਸਮੇਂ ਦੀਆਂ ਪਰਿਸਥਿਤੀਆਂ ਨੂੰ ਵੀ ਸਮਝਣਾ ਜ਼ਰੂਰੀ ਸੀਗਾ। ਹਰ ਰਚਨਾ ਨੂੰ ਉਸ ਯੁੱਗ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖ ਕੇ ਪਰਖਣਾ ਅਤੇ ਨਿਰਣਾ ਕਰਨਾ ਚਾਹੀਦਾ ਹੈ। ਉਹਦੇ ਅਗਲੇ ਅਤੇ ਉਹਦੇ ਪਿਛਲੇ ਜਿਹੜੀਆਂ ਨੇ ਸਾਰੀ ਪਰਿਸਥਿਤੀਆਂ ਨੂੰ ਸਮਝ ਕੇ ਹੀ ਕੋਈ ਵੀ ਰਚਨਾ ਦੇ ਬਾਰੇ ਜੋ ਹੈ ਆਲੋਚਨਾ ਕੀਤੀ ਜਾ ਸਕਦੀ ਹੈ। ਨਿਰਣਾ ਕਰਨ ਦੇ ਹੋਰ ਵੀ ਸਾਧਨ ਹੋ ਸਕਦੇ ਨੇ, ਜਿਵੇਂ ਇੱਕ ਯੁੱਗ ਦੀਆਂ ਦੋ ਮਹਾਨ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕਰਕੇ। ਹੁਣ ਜਿਵੇਂ ਜਦੋਂ ਲੇਖਕ ਆਲੋਚਨਾ ਕਰ ਰਿਹਾ ਹੈ ਨਾ ਕਿਸੇ ਨਾਵਲ ਦੀ, ਕਿਸੇ ਨਾਟਕ ਦੀ, ਉਸ ਵੇਲੇ ਉਹ ਇਸ ਢੰਗ ਨਾਲ ਵੀ ਆਲੋਚਨਾ ਕਰ ਸਕਦਾ ਹੈ ਕਿ ਉਸ ਨਾਵਲ ਦੀ ਨਾ ਕਿਸੇ ਦੂਜੇ ਨਾਵਲ ਨਾਲ ਤੁਲਨਾ ਕਰ ਦੇਵੇ। ਜਿਵੇਂ ਨਾਨਕ ਸਿੰਘ ਦੇ ਲਿਖੇ ਹੋਏ ਨਾਵਲ, ਗੁਰਦਿਆਲ ਸਿੰਘ ਦੇ ਲਿਖੇ ਹੋਏ ਨਾਵਲ, ਠੀਕ ਹੈ, ਉਹਨਾਂ ਦਾ ਆਪਸ ਵਿੱਚ ਕੰਪੈਰੀਜ਼ਨ ਕਰ ਦੇਵੇ ਕਿ ਨਾਨਕ ਸਿੰਘ ਤਾਂ ਇਵੇਂ ਲਿਖਦਾ ਸੀ ਅਤੇ ਗੁਰਦਿਆਲ ਸਿੰਘ ਐਵੇਂ ਲਿਖ ਰਿਹਾ, ਉਹਨਾਂ ਦਾ ਕੰਪੈਰੀਜ਼ਨ ਕਰ ਦੇਵੇ। ਜਿਵੇਂ ਅਸੀਂ ਵਾਰ ਹੈ ਚੰਡੀ ਦੀ ਵਾਰ ਦਾ ਕੰਪੈਰੀਜ਼ਨ ਕਰ ਦਈਏ ਕਿਸੇ ਹੋਰ ਵਾਰ ਨਾਲ, ਕੰਪੈਰੀਜ਼ਨ ਕਰ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਐਵੇਂ ਲਿਖਦੇ ਨੇ ਅਤੇ ਉਹਨਾਂ ਤੋਂ ਬਾਅਦ ਜਿਨ੍ਹਾਂ ਨੇ ਲਿਖੀ ਉਹ ਇਸ ਤਰ੍ਹਾਂ ਲਿਖਦੇ ਨੇ। ਲੇਖਕ ਦਾ ਦ੍ਰਿਸ਼ਟੀਕੋਣ ਭਾਵੇਂ ਕੋਈ ਵੀ ਹੋਵੇ, ਪਰੰਤੂ ਉਸ ਦੀ ਆਪਣੀ ਸ਼ਖਸੀਅਤ ਪ੍ਰਤੱਖ ਜਾਂ ਪਰੋਖ ਢੰਗ ਨਾਲ ਜੋ ਹੈ ਉਹਦੀ ਰਚਨਾ ਵਿੱਚ ਝਲਕ ਜਾਂਦੀ ਹੈ। ਹੁਣ ਇੱਥੇ ਵੀ ਮੈਂ ਤੁਹਾਨੂੰ ਚੰਡੀ ਦੀ ਵਾਰ ਦਾ ਹੀ ਐਗਜ਼ਾਮਪਲ ਦਊਂਗੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਦ੍ਰਿਸ਼ਟੀਕੋਣ ਕੋਈ ਵੀ ਹੋ ਸਕਦਾ ਸੀ, ਪਰ ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ ਉਹਨਾਂ ਦੀ ਆਪਣੀ ਸ਼ਖਸੀਅਤ ਉਹਨਾਂ ਦੀ ਲਿਖੀ ਹੋਈ ਚੰਡੀ ਦੀ ਵਾਰ ਵਿੱਚੋਂ ਝਲਕਾਰੇ ਮਾਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਬਹਾਦਰ ਸੀਗੇ। ਠੀਕ ਹੈ। ਓਕੇ ਬੇਟਾ, ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਓਕੇ, ਥੈਂਕ ਯੂ।